ਅਸੀਂ ਫਿਰੋਜ਼ਪੁਰ ਦੇ ਪਿੰਡ ਵਿੱਚ ਜਾ ਕੇ ਕਸਬੇ ਵਿੱਚ ਜਾ ਕੇ ਆਮ ਜਨਤਾ ਨੂੰ ਇਹਨਾਂ ਬਾਰੇ ਅਵੇਅਰ ਕਰਵਾ ਰਹੇ ਹਾਂ। ਲੋਕਾਂ ਨੂੰ ਉੱਥੇ ਪੁੱਛਿਆ ਗਿਆ ਕਿ ਤੁਹਾਨੂੰ ਜੋ ਸੁਵਿਧਾਵਾਂ ਮਿਲ ਰਹੀਆਂ ਨੇ ਕੀ ਉਹ ਸਫੀਸ਼ੀਐਂਟ ਹੈ। ਉਹਦੇ ਵਿੱਚ ਬਾਰਡਰ ਪੁਲਿਸ ਵੀ ਇਨਵੋਲਵਡ ਹੈ, ਉਹਦੇ ਵਿੱਚ BSF ਇਨਵੋਲਵਡ ਹੈ। ਕਿਸ ਤਰ੍ਹਾਂ ਲੋਕ ਤੁਹਾਨੂੰ ਆ ਕੇ ਮਿਲਦੇ ਔਰ ਆਪਣੇ ਦੁੱਖ ਜਿਹੜੇ ਉਹ ਦੱਸਦੇ ਨੇ ਜਾਂ ਜਿਹੜੇ ਉੱਥੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਾਈਆਂ ਜਾ ਰਹੀਆਂ ਨੇ? ਇਸ ਮੁਸ਼ਕਿਲ ਘੜੀ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਇਹ ਦੱਸ ਰਹੇ ਹਾਂ ਕਿ ਅਸੀਂ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਵੱਲੋਂ ਅਤੇ ਪੂਰੀ ਜੁਡੀਸ਼ਰੀ ਵੱਲੋਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਜਿਹੜੇ ਮਾਪੇ ਆਪਣੇ ਕੇਸਾਂ ਨੂੰ ਲੈ ਕੇ ਇੱਥੇ ਆਉਂਦੇ ਸੀਗੇ ਔਰ ਬੱਚੇ ਨਾਲ ਹੁੰਦੇ ਸੀ ਤੇ ਬੱਚਿਆਂ ਦੇ ਉੱਪਰ ਕਾਫੀ ਇਸ ਚੀਜ਼ ਦਾ ਅਸਰ ਹੁੰਦਾ ਸੀ, ਪਰ ਤੁਸੀਂ ਬੱਚਿਆਂ ਦੇ ਵਾਸਤੇ ਇੱਕ ਚੀਜ਼ ਵੀ ਬਣਾਈ। ਉਹਨਾਂ ਦੀ ਰਹਿਨੁਮਾਈ ਦੇ ਹੇਠ ਅਸੀਂ ਇੱਕ ਇੱਥੇ ਕਿਡਸ ਜ਼ੋਨ ਦੀ ਚੇਨ ਦੇ ਨਾਲ ਕੋਲੈਬੋਰੇਟ ਕਰਕੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਹੈ ਜੋ ਇੱਥੇ ਕਿਡਸ ਰੂਮ ਸੀਗਾ ਉਹਨੂੰ ਪ੍ਰੋਪਰਲੀ ਰੈਨੋਵੇਟ ਕੀਤਾ, ਰੀਡੈਕੋਰੇਟ ਕੀਤਾ, ਚਾਈਲਡ ਫ੍ਰੈਂਡਲੀ ਬਣਾਇਆ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜਿਹੜਾ ਕਿ ਲਗਾਤਾਰ ਹੀ ਪ੍ਰਯਾਸ ਕਰਦਾ ਹੈ ਲੋਕਾਂ ਤੱਕ ਪਹੁੰਚ ਕਰਨ ਦੀ ਔਰ ਲੋਕਾਂ ਨੂੰ ਇਹ ਦੱਸਣ ਦੀ ਕਿ ਜਿਹੜੀਆਂ ਕਾਨੂੰਨੀ ਸਹਾਇਤਾ ਨੇ ਉਹ ਸਾਰਿਆਂ ਵਾਸਤੇ ਅਵੇਲੇਬਲ ਨੇ। ਕਈ ਲੋਕ ਐਸੇ ਵੀ ਕਈ ਵਾਰੀ ਹੁੰਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਜਿਹੜੇ ਅਧਿਕਾਰ ਨੇ ਸਰਕਾਰ ਨੇ ਸਾਨੂੰ ਕੀ ਦਿੱਤੇ ਹੋਏ ਨੇ। ਪਰ ਇਸ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਿਹੜੀ ਕਿ ਲਗਾਤਾਰ ਇਹ ਪ੍ਰਯਾਸ ਕਰ ਰਹੀ ਹੈ, ਲੋਕਾਂ ਨੂੰ ਇਹ ਦੱਸ ਰਹੀ ਹੈ ਕਿ ਔਰ ਖੁੱਲ੍ਹਾ ਸੱਦਾ ਵੀ ਇਹਨਾਂ ਵੱਲੋਂ ਦਿੱਤਾ ਗਿਆ ਹੈ ਕਿ ਕਦੇ ਵੀ ਸਾਡੇ ਆਫਿਸ ਆਓ ਔਰ ਸਾਨੂੰ ਜਿਹੜਾ ਉਹ ਮਿਲੋ, ਤੁਸੀਂ ਜਿਹੜੀ ਤੁਹਾਡੀ ਕੋਈ ਮੁਸ਼ਕਲ ਹੈ ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਨਾਲ ਨਾਲ ਕੁਝ ਐਸੇ ਕੰਮ ਵੀ ਇਹਨਾਂ ਵੱਲੋਂ ਕੀਤੇ ਜਾਂਦੇ ਹੈ ਕਿ ਜਿਹੜੇ ਸ਼ਾਇਦ ਆਮ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਏਗਾ। ਜਿਹੜੇ ਹੜ੍ਹ ਆਏ ਨੇ, ਹੜ੍ਹ ਦੇ ਵਿੱਚ ਵੀ ਜਿਹੜੀ ਹੈ ਬਹੁਤ ਜ਼ਿਆਦਾ ਸੇਵਾ ਜਿਹੜੀ ਹੈ ਉਹ ਕੀਤੀ ਗਈ ਹੈ ਇਹਨਾਂ ਵੱਲੋਂ। ਪਿੱਛੇ ਜਿੰਨੇ ਦਿਨ ਵੀ ਲਗਾਤਾਰ ਹੜ੍ਹ ਚੱਲ ਆ ਰਹੇ ਨੇ ਉਹਨੂੰ ਲਗਾਤਾਰ ਕਿਸੇ ਨਾ ਕਿਸੇ ਪਿੰਡ ਦਾ ਦੌਰਾ ਕੀਤਾ ਜਾ ਰਿਹਾ ਔਰ ਉੱਥੇ ਪਤਾ ਕੀਤਾ ਜਾ ਰਿਹਾ ਵੀ ਇੱਥੇ ਕੀ ਕਮੀ ਆ ਰਹੀ ਹੈ। ਔਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਲ ਲੈ ਕੇ, ਫਿਰੋਜ਼ਪੁਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਔਰ ਜਿਹੜੀਆਂ ਬਾਕੀ ਸੰਸਥਾਵਾਂ ਨੇ ਸਮਾਜ ਸੇਵੀ ਉਹਨਾਂ ਨੂੰ ਨਾਲ ਲੈ ਕੇ ਉਹ ਕਮੀਆਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਸਾਡੇ ਨਾਲ ਜੁੜ ਚੁੱਕੇ ਨੇ ਮੈਡਮ ਏਕਤਾ ਉੱਪਲ ਜੀ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਕੀ ਜਿਹੜੀ ਇੱਥੇ ਅਧਿਕਾਰ ਨੇ ਉਹ ਲੋਕਾਂ ਨੂੰ ਮਿਲ ਰਹੇ ਔਰ ਇਹਨਾਂ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ। ਪਹਿਲੇ ਤਾਂ ਮੈਮ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ। ਥੈਂਕ ਯੂ ਮੈਮ। ਜਿਹੜੇ ਅੱਜ ਕੱਲ੍ਹ ਲੋਕਾਂ ਨੂੰ ਪਤਾ ਨਹੀਂ ਹੈ ਵੀ ਸਾਡੇ ਅਧਿਕਾਰ ਜਿਹੜੇ ਨੇ ਉਹ ਕੀ ਹੈਗੇ ਨੇ ਔਰ ਲੋਕ ਸ਼ਾਇਦ ਇਸੇ ਪਿੱਛੇ ਕਿਤੇ ਜਾ ਨਹੀਂ ਸਕਦੇ, ਉਹਨਾਂ ਨੂੰ ਕਿਤੇ ਮਿਲ ਨਹੀਂ ਸਕਦੇ ਕਿਸੇ ਨੂੰ। ਤੁਹਾਡੇ ਵੱਲੋਂ ਬੜੇ ਉਪਰਾਲੇ ਕੀਤੇ ਗਏ ਇਸ ਚੀਜ਼ ਨੂੰ ਲੈ ਕੇ, ਕੀ ਲੋਕਾਂ ਨੂੰ ਜਿਹੜੇ ਤੁਸੀਂ ਉਪਰਾਲੇ ਕੀਤੇ, ਕੀ ਸੇਵਾਵਾਂ ਦੇ ਰਹੇ ਹੋ? ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਗਾਈਡਲਾਈਨਸ ਦੇ ਅਕੋਰਡਿੰਗਲੀ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਐਗਜ਼ੈਕਟਿਵ ਚੇਅਰਮੈਨ ਮਾਨਯੋਗ ਗੁਰਮੀਤ ਸਿੰਘ ਸੰਧਾਵਲੀਆ ਜੀ ਦੀ ਅਗਵਾਈ ਦੇ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਮੈਂਬਰ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਜੀ ਦੀ ਅਗਵਾਈ ਦੇ ਹੇਠ ਅਤੇ ਫਿਰੋਜ਼ਪੁਰ ਜ਼ਿਲ੍ਹੇ ਕਾਨੂੰਨੀ ਸੇਵਾ ਅਥਾਰਟੀ ਦੇ ਚੇਅਰਮੈਨ ਸ਼੍ਰੀ ਵਿਰਿੰਦਰ ਅਗਰਵਾਲ ਜੀ ਦੀ ਅਗਵਾਈ ਦੇ ਹੇਠ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਵੱਲੋਂ ਫਿਰੋਜ਼ਪੁਰ ਵੱਲੋਂ ਵੱਖ-ਵੱਖ ਸਮੇਂ ਤੇ ਲੀਗਲ ਅਵੇਅਰਨੈਸ ਪ੍ਰੋਗਰਾਮਸ ਕਰਕੇ ਪਿੰਡਾਂ ਦੇ ਵਿੱਚ ਸਪੈਸ਼ਲੀ ਬਾਰਡਰ ਏਰੀਆਜ਼ ਦੇ ਵਿੱਚ ਜਾ ਕੇ ਨਾ ਸਿਰਫ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ, ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਜੋ ਸਕੀਮਸ ਬਣੀਆਂ ਨੇ ਉਹਨਾਂ ਬਾਰੇ ਜਾਗਰੂਕ ਕਰਾਇਆ ਜਾਂਦਾ ਹੈ, ਲੇਕਿਨ ਆਮ ਲੋਕਾਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਵੀ ਦੱਸਿਆ ਜਾਂਦਾ ਹੈ। ਕਿਉਂਕਿ ਕੋਈ ਵੀ ਇਨਸਾਨ ਹੈ ਜਿਹੜਾ ਉਹ ਆਪਣੇ ਹੱਕ ਦੇ ਪ੍ਰਤੀ ਉਦੋਂ ਹੀ ਜਾਗਰੂਕ ਹੋਏਗਾ, ਆਪਣੇ ਹੱਕ ਦੀ ਵਾਇਲੇਸ਼ਨ ਦੇ ਪ੍ਰਤੀ ਉਹ ਉਦੋਂ ਹੀ ਅਵੇਅਰ ਹੋ ਸਕਦਾ ਹੈ ਜਦੋਂ ਉਹਨੂੰ ਆਪਣੇ ਰਾਈਟਸ ਦੇ ਬਾਰੇ ਨੌਲੇਜ ਹੋਵੇ। ਸੋ ਸਾਡੇ ਵੱਲੋਂ ਇਹ ਉਪਰਾਲਾ ਕੀਤਾ ਜਾਂਦਾ ਹੈ ਐਂਡ ਬਹੁਤ ਹੱਦ ਤੱਕ ਅਸੀਂ ਜੋ ਸਾਨੂੰ ਫੀਡਬੈਕ ਮਿਲਿਆ ਅਸੀਂ ਇਹਦੇ 'ਚ ਕਾਫੀ ਸਕਸੈਸਫੁਲ ਵੀ ਹੋ ਰਹੇ ਹਾਂ ਐਂਡ ਇਹ ਸਾਡੀ ਅਵੇਅਰਨੈਸ ਕੈਂਪੇਨਸ ਅੱਗੇ ਵੀ ਜਾਰੀ ਹੈ ਜਿਹਦੇ ਤਹਿਤ ਅਸੀਂ ਵੇਰੀਅਸ ਸਕੀਮਸ, ਵੇਰੀਅਸ ਅਵੇਅਰਨੈਸ ਪ੍ਰੋਗਰਾਮਸ, ਵੇਰੀਅਸ ਲਾਜ਼, ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਡਿਊਟੀਜ਼ ਅਤੇ ਹੋਰ ਕਾਨੂੰਨ ਜਿਹੜੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਅਧਿਕਾਰ ਦਿੰਦੇ ਨੇ। ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਦੇ ਤਹਿਤ ਜੋ ਮੁਫਤ ਕਾਨੂੰਨੀ ਸਹਾਇਤਾ ਦਾ ਸਭ ਤੋਂ ਇੰਪੋਰਟੈਂਟ ਅਧਿਕਾਰ ਹੈ, ਅਸੀਂ ਫਿਰੋਜ਼ਪੁਰ ਦੇ ਪਿੰਡ ਵਿੱਚ ਜਾ ਕੇ ਕਸਬੇ ਵਿੱਚ ਜਾ ਕੇ ਆਮ ਜਨਤਾ ਨੂੰ ਇਹਨਾਂ ਬਾਰੇ ਅਵੇਅਰ ਕਰਵਾ ਰਹੇ ਹਾਂ। ਇਹ ਦੇਖਿਆ ਗਿਆ ਕਿ ਤੁਸੀਂ ਹੁਣ ਜਦੋਂ ਹੜ੍ਹ ਆਏ ਨੇ ਤੁਸੀਂ ਖੁਦ ਜਾ ਕੇ ਦੌਰਾ ਕਰ ਰਹੇ ਹੋ, ਪਿੰਡ ਤੋਂ ਪਿੰਡ ਜਾ ਰਹੇ ਹੋ ਔਰ ਲੋਕਾਂ ਨੂੰ ਆਉਣ ਵਾਲੀ ਮੁਸ਼ਕਲਾਂ ਜਿਹੜੀਆਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕਿਸ ਤਰ੍ਹਾਂ ਲੋਕ ਤੁਹਾਨੂੰ ਆ ਕੇ ਮਿਲਦੇ ਔਰ ਆਪਣੇ ਦੁੱਖ ਜਿਹੜੇ ਉਹ ਦੱਸਦੇ ਨੇ ਜਾਂ ਜਿਹੜੇ ਉੱਥੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਾਈਆਂ ਜਾ ਰਹੀਆਂ ਨੇ? ਜੀ, ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀਆਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਵੱਲੋਂ ਕੰਮਕਾਜ ਕੀਤੇ ਜਾਂਦੇ ਨੇ। ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਜੋ ਵਿਕਟਿਮਸ ਆਫ ਮਾਸ ਡਿਜ਼ਾਸਟਰਸ ਨੇ ਇਹਨਾਂ ਦੇ ਲਈ ਇੱਕ ਸਕੀਮ ਹੈ
ਉਸ ਸਕੀਮ ਦੇ ਤਹਿਤ ਅਸੀਂ ਫਿਰੋਜ਼ਪੁਰ ਦੇ ਵਿੱਚ ਜੋ ਅੱਜ ਇੱਕ ਰਾਦਰ ਪੂਰੇ ਪੰਜਾਬ ਦੇ ਵਿੱਚ ਹੀ ਜੋ ਫਲੱਡ ਦੀ ਇੱਕ ਗਰੂਸਮ ਸਿਚੁਏਸ਼ਨ ਚੱਲ ਰਹੀ ਹੈ, ਇਸ ਮੁਸ਼ਕਿਲ ਘੜੀ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਇਹ ਦੱਸ ਰਹੇ ਹਾਂ ਕਿ ਅਸੀਂ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਵੱਲੋਂ ਅਤੇ ਪੂਰੀ ਜੁਡੀਸ਼ਰੀ ਵੱਲੋਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਇਸੇ ਲੜੀ ਦੇ ਤਹਿਤ ਇੱਕ ਸਟੇਟ ਲੈਵਲ ਦੇ ਪ੍ਰੋਗਰਾਮ ਦੀ ਫਲੱਡ ਵਿਕਟਿਮਸ ਦੇ ਹੈਲਪ ਦੇ ਲਈ ਪੂਰੇ ਪੰਜਾਬ ਦੇ ਵਿੱਚ ਇਸ ਦੀ ਸ਼ੁਰੂਆਤ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੱਟੀ ਰਾਜੋਕੇ ਵਿਖੇ ਕੀਤੀ ਗਈ ਸੀ, ਜੋ ਕਿ ਮਾਨਯੋਗ ਮੈਂਬਰ ਸਕੱਤਰ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਸ਼੍ਰੀ ਮਨਜਿੰਦਰ ਸਿੰਘ ਵੱਲੋਂ ਕੀਤੀ ਗਈ ਸੀਗੀ। ਅਤੇ ਇਸੇ ਲੜੀ ਦੇ ਤਹਿਤ ਮਾਨਯੋਗ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਸ਼੍ਰੀ ਵਰਿੰਦਰ ਅਗਰਵਾਲ ਜੀ ਦੀ ਅਗਵਾਈ ਦੇ ਤਹਿਤ ਮੈਂ ਖੁਦ ਅਤੇ ਆਪਣੀਆਂ ਟੀਮਸ ਦੇ ਨਾਲ ਪੈਰਾਲੀਗਲ ਵਲੰਟੀਅਰਸ ਦੇ ਨਾਲ ਐਡਵੋਕੇਟਸ ਦੇ ਨਾਲ ਜਾ ਕੇ ਜੋ ਮੋਸਟ ਪ੍ਰੋਨ ਫਲੱਡ ਅਫੈਕਟਡ ਏਰੀਆਜ਼ ਨੇ, ਜਿਸ ਤਰ੍ਹਾਂ ਪੰਜਗਰਾਈ ਏਰੀਆ ਹੋ ਗਿਆ, ਦੁਲਚੀ ਕੇ ਪਿੰਡ ਹੋ ਗਿਆ, ਨਿਹਾਲਾ ਵਾਲਾ ਹੋ ਗਿਆ, ਗੱਟੀ ਰਾਜੋਕੇ ਹੋ ਗਿਆ, ਕਾਲੋਆਣਾ ਹੋ ਗਿਆ, ਇਹਨਾਂ ਪਿੰਡਾਂ ਦੇ ਵਿੱਚ ਜੋ ਮੋਸਟ ਅਫੈਕਟਡ ਨੇ, ਬਾਰਡਰ ਲਾਈਨ ਏਰੀਆਜ਼ ਨੇ, ਉਹਨਾਂ ਦੇ ਵਿੱਚ ਜਾ ਕੇ ਅਸੀਂ ਆਮ ਲੋਕਾਂ ਤੱਕ ਪਹੁੰਚੇ ਹਾਂ। ਰਿਲੀਫ ਕੈਂਪਸ ਦੇ ਵਿੱਚ ਅਸੀਂ ਗਏ ਹਾਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਨੂੰ ਨਾਲ ਅਕੰਪਨੀ ਕੀਤਾ, ਡਿਸਟ੍ਰਿਕਟ ਪੁਲਿਸ ਨੂੰ ਨਾਲ ਅਕੰਪਨੀ ਕੀਤਾ ਅਤੇ ਖੁਦ ਸਟਾਕ ਸਿਚੁਏਸ਼ਨ ਲਿੱਤੀ ਤਾਂ ਕਿ ਸਾਨੂੰ ਰਿਐਲਿਟੀ ਦਾ ਅੰਦਾਜ਼ਾ ਹੋਵੇ। ਲੋਕਾਂ ਨੂੰ ਉੱਥੇ ਪੁੱਛਿਆ ਗਿਆ ਕਿ ਤੁਹਾਨੂੰ ਜੋ ਸੁਵਿਧਾਵਾਂ ਮਿਲ ਰਹੀਆਂ ਨੇ ਕੀ ਉਹ ਸਫੀਸ਼ੀਐਂਟ ਹੈ। ਉਹਦੇ ਵਿੱਚ ਬਾਰਡਰ ਪੁਲਿਸ ਵੀ ਇਨਵੋਲਡ ਹੈ, ਉਹਦੇ ਵਿੱਚ BSF ਇਨਵੋਲਡ ਹੈ, NDRF ਲੱਗੀ ਹੋਈ ਹੈ, SDRF ਲੱਗੀ ਹੋਈ ਹੈ, ਹੈਲਥ ਐਡਮਿਨਿਸਟ੍ਰੇਸ਼ਨ ਲੱਗਾ ਹੋਇਆ ਹੈ। ਸਾਡੇ ਵੱਲੋਂ ਜਾ ਕੇ ਲੋਕਾਂ ਨੂੰ ਨਾ ਸਿਰਫ ਉਹਨਾਂ ਦੀਆਂ ਬੇਸਿਕ ਅਮੈਨਿਟੀਜ਼ ਦੇ ਬਾਰੇ ਪੁੱਛਿਆ ਜਾਂਦਾ ਹੈ, ਲੇਕਿਨ ਜਿੱਥੇ ਜਿੱਥੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਉਹ ਅਮੈਨਿਟੀਜ਼ ਪ੍ਰੋਵਾਈਡ ਵੀ ਕੀਤੀਆਂ ਜਾਂਦੀਆਂ। ਜਿਵੇਂ ਕਿ ਤੁਹਾਨੂੰ ਪਤਾ ਹੋਏਗਾ, ਮੈਂ ਪਰਸੋਂ ਹੀ ਨਿਹਾਲਾ ਵਾਲਾ ਐਂਡ ਪੰਜਗਰਾਈ ਐਂਡ ਦੁਲਚੀਕੇ ਦਾ ਏਰੀਆ ਵਿਜ਼ਿਟ ਕੀਤਾ ਸੀ। ਆਲਦੋ ਉੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ, ਹੈਲਥ ਡਿਪਾਰਟਮੈਂਟ ਵੱਲੋਂ, BSF ਵੱਲੋਂ ਰੈਸਕਿਊ ਸਰਵਿਸਿਜ਼ ਚੱਲ ਰਹੀਆਂ ਨੇ ਰਿਲੀਫ ਕੈਂਪਸ ਦੇ ਵਿੱਚ, ਲੇਕਿਨ ਫਿਰ ਵੀ ਉੱਥੇ ਸਾਨੂੰ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਮੋਸਕੀਟੋ ਨੈਟਸ, ਉਹਨਾਂ ਨੂੰ ਓਡੋਮੋਸ, ਡੈਟੋਲ ਸੋਪਸ, ਐਸਾ ਬੇਸਿਕ ਹਾਈਜੀਨਿਕ ਦੀਆਂ ਚੀਜ਼ਾਂ ਨੇ, ਉਹ ਉਹਨਾਂ ਨੂੰ ਜ਼ਰੂਰੀ ਹੈ। ਸੋ ਅਸੀਂ ਅੱਜ ਜਿਵੇਂ ਤੁਸੀਂ ਦੇਖਿਆ ਸਾਡੇ ਦਫ਼ਤਰ ਦੇ ਵਿੱਚ ਅਸੀਂ ਉਸੇ ਦਿਨ ਤੋਂ ਹੀ, ਪਰਸੋਂ ਤੋਂ ਹੀ ਅਸੀਂ ਆਪਣੀਆਂ ਟੀਮਸ ਨੂੰ ਮਾਨਯੋਗ ਚੇਅਰਮੈਨ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਨਸਟੀਟਿਊਟ ਕਰ ਦਿੱਤਾ ਔਰ ਸਾਰਾ ਸਾਮਾਨ ਉਹਨਾਂ ਦਾ ਮੰਗਵਾ ਲਿਆ, ਪੈਕਿੰਗ ਹੋ ਰਹੀ ਹੈ ਔਰ ਕੱਲ ਅਸੀਂ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਜਾਵਾਂਗੇ। ਇੱਕ ਪਿੱਛੇ ਜੇ ਅਸੀਂ ਦੇਖਿਆ ਸੀਗਾ ਕਿ ਇੱਕ ਤੁਹਾਡੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੀਗਾ ਕਿ ਇੱਕ ਲੇਡੀ ਜਿਹੜੀ ਕਿ ਇੰਡੀਆ ਦੇ ਵਿੱਚ ਆ ਗਈ ਸੀਗੀ ਬਾਰਡਰ ਤੋਂ, ਔਰ ਉਹਨਾਂ ਨੂੰ ਤੁਸੀਂ ਪਰਸਨਲ ਐਫਰਟ ਆਪਣੇ ਲਗਾ ਕੇ ਅੱਜ ਉਹ ਤੁਹਾਡੀ, ਅਸੀਂ ਇਹ ਕਹਾਂਗੇ ਕਿ ਤੁਹਾਡੀ ਬਦੌਲਤ ਕਿ ਉਹ ਅੱਜ ਆਪਣੇ ਦੇਸ਼ ਵਾਪਸ ਗਈ ਹੈ, ਜਿਹੜੀ ਕਾਫੀ ਸ਼ਾਇਦ ਸਾਲਾਂ ਤੋਂ ਇੱਥੇ ਸੀਗੀ। ਉਹ ਕਿਸ ਤਰ੍ਹਾਂ ਤੁਸੀਂ ਤੁਹਾਡੇ ਕੋਲ ਕੇਸ ਕਿਸ ਤਰ੍ਹਾਂ ਤੁਸੀਂ ਉਹਦੇ 'ਚ ਇਨਵੋਲਵ ਹੋਏ? ਇਹ ਆਲਮੋਸਟ ਮਿਡ ਆਫ ਜੂਨ ਦੇ ਵਿੱਚ ਇੱਕ FIR ਇੱਥੇ ਲੌਂਚ ਹੋਈ ਸੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਲੇਡੀ ਜੋ ਹੈ ਸਸਪੈਕਟਡ ਕੰਡੀਸ਼ਨ ਦੇ ਵਿੱਚ ਡਿਟੈਕਟ ਕੀਤੀ ਗਈ ਸੀ। ਡਿਸਟ੍ਰਿਕਟ ਪੁਲਿਸ ਵੱਲੋਂ ਉਹਦੇ ਅਗੇਂਸਟ ਪਾਸਪੋਰਟ ਐਕਟ, ਫੋਰਨਰਸ ਐਕਟ ਦੇ ਅੰਡਰ FIR ਲੌਂਚ ਕੀਤੀ ਸੀ ਐਂਡ ਇਹ ਮੈਟਰ ਮਾਨਯੋਗ ਚੇਅਰਮੈਨ ਸ਼੍ਰੀ ਵਰਿੰਦਰ ਅਗਰਵਾਲ ਜੀ ਦੀ ਨੋਟਿਸ ਦੇ ਵਿੱਚ ਆਇਆ ਤਾਂ ਉਹਨਾਂ ਨੇ ਮੈਨੂੰ ਡਾਇਰੈਕਸ਼ਨਸ ਦਿੱਤੀਆਂ ਕਿ ਇਸ ਮੈਟਰ ਦੇ ਉੱਪਰ ਹੈ ਜਿਹੜਾ ਥੋਰੋਲੀ ਇਹਨੂੰ ਸਕਰੂਟਨਾਈਜ਼ ਕੀਤਾ ਜਾਵੇ ਕਿ ਐਕਚੁਅਲ ਰਿਐਲਿਟੀ ਕੀ ਹੈ। ਸੋ ਇਸ ਦੇ ਦੌਰਾਨ ਅਸੀਂ ਇਹਦੇ 'ਚ ਇਨਵੈਸਟੀਗੇਟਿੰਗ ਆਫੀਸਰਸ ਦੇ ਨਾਲ ਗੱਲਬਾਤ ਕੀਤੀ, ਉਹਨਾਂ ਦੀ ਜੋ ਡਾਕੂਮੈਂਟਸ ਹੈ ਉਹ ਅਸੀਂ ਵਾਚ ਅਪਨ ਕੀਤੇ, ਉਹਨੂੰ ਸਕਰੂਟਨਾਈਜ਼ ਕੀਤਾ ਐਂਡ ਡਿਊਰਿੰਗ ਦੀ ਕੋਰਸ ਜਦੋਂ ਇਹ ਲੇਡੀ ਦੇ FIR ਦੀ ਰਿਮਾਂਡ ਪ੍ਰੋਸੀਡਿੰਗ ਕੰਸਰਨ ਕੋਰਟਸ 'ਚ ਚੱਲ ਰਹੀਆਂ ਸੀ, ਉਸ ਪ੍ਰੋਸੀਡਿੰਗਸ ਦੇ ਰਿਗਾਰਡਿੰਗ ਅਸੀਂ ਇਹਨੂੰ ਪੈਨਲ ਐਡਵੋਕੇਟ ਇੱਥੋਂ ਪ੍ਰੋਵਾਈਡ ਕੀਤੇ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਹੈਲਪ ਦੇ ਨਾਲ ਇਹਨਾਂ ਨੂੰ ਵਰਚੁਅਲੀ ਟਰਾਂਸਲੇਟਰ ਦੀ ਹੈਲਪ ਦਿੱਤੀ ਗਈ ਕਿਉਂਕਿ ਸ਼ੀ ਵਾਜ਼ ਨਾਟ ਏਬਲ ਟੂ ਅੰਡਰਸਟੈਂਡ ਇੱਥੋਂ ਦੀ ਲੈਂਗੁਏਜ ਐਂਡ ਉਹਦੀ ਲੈਂਗੁਏਜ ਸਾਨੂੰ ਨਹੀਂ ਪਤਾ ਲੱਗਦੀ ਸੀ, ਬਟ ਉਹਦਾ ਜੋ ਇੱਕ ਵਰਸ਼ਨ ਹੈ ਉਹਨੂੰ ਪ੍ਰੋਪਰਲੀ ਕਨਵੇ ਕਰਨ ਦੇ ਲਈ, ਮਾਨਯੋਗ ਅਦਾਲਤ ਦੇ ਸਾਹਮਣੇ ਰੱਖਣ ਦੇ ਲਈ ਇਹ ਫੈਸਿਲਿਟੀਜ਼ ਉਹਨੂੰ ਪ੍ਰੋਵਾਈਡ ਕੀਤੀਆਂ ਗਈਆਂ। ਪ੍ਰੋਪਰਲੀ ਉਹਦੇ ਕੇਸ ਦੀ ਹਰ ਪ੍ਰੋਸੀਡਿੰਗ ਦੀ ਇਨਫੋਰਮੇਸ਼ਨ ਇਸ ਦਫ਼ਤਰ ਕੋਲੋਂ ਪ੍ਰੋਵਾਈਡ ਕੀਤੀ ਜਾਂਦੀ ਸੀ ਤਾਂ ਕਿ ਉਹਦੀ ਕਾਰਵਾਈ ਦੇ ਉੱਪਰ ਹੈ ਸਾਡਾ ਇੱਕ ਪ੍ਰੋਪਰ ਵਾਚ ਰਵੇ। ਐਂਡ ਡਿਊਰਿੰਗ ਦੀ ਇਨਵੈਸਟੀਗੇਸ਼ਨ ਇਸ ਦੇ ਦੌਰਾਨ ਕਾਫੀ ਮੀਟਿੰਗਸ ਕੀਤੀਆਂ ਗਈਆਂ ਔਰ ਇਹ ਪਾਇਆ ਗਿਆ ਕਿ ਇਹ ਲੇਡੀ ਸੀ ਜੋ ਜਿਹੜੀ ਐਕਚੁਅਲੀ ਵਿਕਟਿਮ ਸੀ, ਉਹ ਐਕਿਊਜ਼ਡ ਨਹੀਂ ਸੀ। ਸੋ ਕੁਝ ਹਾਲਾਤਾਂ ਕਰਕੇ ਉਹ ਆਪਣੀਆਂ ਫੈਮਿਲੀ ਰੀਜ਼ਨਸ ਕਰਕੇ ਸ਼ੀ ਵਾਜ਼ ਵਿਡੋ, ਉਹ ਔਰਫਨ ਵੀ ਸੀ, ਉਹਦੇ 3 ਬੱਚੇ ਆ ਜਿਹਦੇ ਵਿੱਚੋਂ 2 ਸੀਗੇ ਉਹ ਮੈਡੀਕਲੀ ਕਾਫੀ ਉਹਨਾਂ ਨੂੰ ਪ੍ਰੋਬਲਮ ਸੀਗੀਆਂ ਔਰ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਦੇ ਲਈ ਇਹ ਲੇਡੀ ਭਾਰਤ ਦੇਸ਼ ਵਿੱਚ ਆਈ ਸੀ ਆਲਮੋਸਟ 2-3 ਸਾਲ ਪਹਿਲੋਂ ਔਰ ਆਉਣ ਤੋਂ ਬਾਅਦ ਉਹ ਕੁਛ ਗਲਤ ਹੱਥਾਂ ਦੇ ਟਰੈਪ ਦੇ ਵਿੱਚ ਫਸ ਗਈ ਐਂਡ ਅਲਟੀਮੇਟਲੀ ਸ਼ੀ ਵਾਜ਼ ਲੈਂਡਡ ਓਵਰ ਹੇਅਰ ਇਨ ਦੀ ਬਾਰਡਰ ਏਰੀਆ ਐਂਡ ਉਸ ਤੋਂ ਬਾਅਦ ਦੀ ਵਰਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸੋ ਜਦੋਂ ਇਹ ਰਿਐਲਿਟੀ ਸਾਹਮਣੇ ਆਈ ਤਾਂ ਮਾਨਯੋਗ ਚੇਅਰਮੈਨ ਸਾਹਿਬ ਜੀ ਨੇ ਦਿਸ਼ਾ ਨਿਰਦੇਸ਼ ਦਿੱਤੇ ਕਿ ਇਸ ਲੇਡੀ ਨੂੰ ਹੈ ਜੋ ਕਾਨੂੰਨੀ ਸਹਾਇਤਾ ਦੇ ਨਾਲ ਨਾਲ ਉਹਦਾ ਜੋ ਇੱਕ ਐਕਚੁਅਲ ਉਹਨੂੰ ਆਪਣੀ
ਵਤਨ ਦੇ ਵਿੱਚ ਰੀਪੈਟਰੀਏਸ਼ਨ ਦਾ ਵੀ ਪ੍ਰੋਸੀਜਰ ਕੀਤਾ ਜਾਵੇ। ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਦੇ ਕਾਫੀ ਐਫਰਟਸ ਕੀਤੇ ਅਤੇ ਉਹਨਾਂ ਦੀ ਗਾਈਡਲਾਈਨਸ ਦੇ ਅਕੋਰਡਿੰਗਲੀ ਅਸੀਂ ਵੇਰੀਅਸ ਡਿਪਾਰਟਮੈਂਟਸ ਦੇ ਨਾਲ, ਵੇਰੀਅਸ ਆਫੀਸ਼ੀਅਲਸ ਦੇ ਨਾਲ, ਉਜ਼ਬੇਕਿਸਤਾਨ ਐਮਬੈਸੀ ਦੇ ਨਾਲ ਵਰਚੁਅਲੀ ਕਨੈਕਟ ਕੀਤਾ, ਉਹਨਾਂ ਨਾਲ ਟੈਲੀਫੋਨਿਕਲੀ ਮੀਟਿੰਗਸ ਕੀਤੀਆਂ ਗਈਆਂ, ਈਮੇਲਸ ਲਿਖੀਆਂ ਗਈਆਂ ਅਤੇ ਇਸ ਲੇਡੀ ਦਾ ਆਲਟਰਨੇਟਿਵ ਟਰਾਂਸਪੋਰਟ ਡਾਕੂਮੈਂਟੇਸ਼ਨ, ਇਹਦੇ ਟਰੈਵਲ ਡਾਕੂਮੈਂਟ ਤਿਆਰ ਕਰਵਾਏ ਗਏ, ਫ੍ਰੀ ਆਫ ਕਾਸਟ ਕਰਵਾਏ ਗਏ। ਜੀ ਜੇਲ੍ਹ ਦੇ ਦੌਰਾਨ ਜਦੋਂ ਇਹ ਸੈਂਟਰਲ ਜੇਲ੍ਹ 'ਚ ਲੌਜਡ ਸੀ, ਇਹਨੂੰ ਇਹਦੀਆਂ ਈਟਿੰਗ ਹੈਬਿਟਸ ਦੇ ਅਕੋਰਡਿੰਗਲੀ ਇਹਨੂੰ ਫੂਡ ਪ੍ਰੋਵਾਈਡ ਕੀਤਾ ਗਿਆ, ਮੈਨੂਅਲਸ ਦੇ ਅਕੋਰਡਿੰਗਲੀ ਜਿੰਨਾ ਬੈਸਟ ਸੀਗਾ ਇਹਦੇ ਲਈ ਕੀਤਾ। ਐਂਡ ਵਿਦ ਦੀ ਐਫਰਟਸ ਐਂਡ ਵਿਦ ਦੀ ਗਾਈਡੈਂਸ ਆਫ ਆਵਰ ਵਰਦੀ ਚੇਅਰਮੈਨ ਸ਼੍ਰੀ ਵਰਿੰਦਰ ਅਗਰਵਾਲ ਜੀ, ਅੱਜ ਇਹ ਲੇਡੀ ਜੋ ਹੈ ਹੈਪੀਲੀ ਆਪਣੇ ਬੱਚਿਆਂ ਦੇ ਨਾਲ ਉਜ਼ਬੇਕਿਸਤਾਨ 'ਚ ਰੀਯੂਨਾਈਟ ਹੋ ਗਈ ਹੈ। ਸੋ ਇਸ ਤਰ੍ਹਾਂ ਦੇ ਉਪਰਾਲੇ ਸਾਡੇ ਵੱਲੋਂ ਕੀਤੇ ਜਾਂਦੇ ਨੇ ਕਿਉਂਕਿ ਸਾਡੇ ਨਾਲਸਾ ਦੀ ਇੱਕ ਸਕੀਮ ਹੈ ਕਿ ਜਿਹਦੇ 'ਚ ਅਸੀਂ ਵਿਮਨ ਵਿਕਟਿਮਸ ਆਫ ਸੈਕਸ਼ੂਅਲ ਅਫੈਂਸਿਸ ਹੈ ਜਿਹੜੇ, ਅਸੀਂ ਉਹਨਾਂ ਨੂੰ ਨਾ ਸਿਰਫ ਕਾਨੂੰਨੀ ਸਹਾਇਤਾ ਦੇਣੀ ਹੈ ਲੇਕਿਨ ਅਸੀਂ ਆਪਣੇ ਇੱਕ ਕੰਫਰਟ ਜ਼ੋਨ ਤੋਂ ਹਟ ਕੇ ਵੀ ਉਹਨਾਂ ਨੂੰ ਸਪੈਸ਼ਲੀ ਇਸ ਲੇਡੀ ਨੂੰ ਅਸੀਂ ਨਾ ਸਿਰਫ ਉਹਨੂੰ ਇੱਕ ਕਾਨੂੰਨੀ ਸਹਾਇਤਾ ਦਿੱਤੀ ਲੇਕਿਨ ਉਹਨੂੰ ਪ੍ਰੋਪਰਲੀ ਰੀਪੈਟਰੀਏਸ਼ਨ ਜਦੋਂ ਤੱਕ ਨਹੀਂ ਕੰਪਲੀਟ ਹੋ ਗਿਆ, ਅਸੀਂ ਹਰ ਇੱਕ ਆਸਪੈਕਟ ਦੇ ਉੱਪਰ ਇਹਨੂੰ ਨਜ਼ਰ ਰੱਖੀ ਔਰ ਫਾਈਨਲੀ ਉਹਨੂੰ ਰੀਯੂਨਾਈਟ ਕਰਵਾਇਆ ਆਪਣੀ ਫੈਮਿਲੀ ਦੇ ਨਾਲ। ਬਿਲਕੁਲ, ਅਸੀਂ ਤਾਂ ਇਹੀ ਕਹਾਂਗੇ ਜੀ ਵੀ ਤੁਸੀਂ ਤੁਹਾਡੇ ਐਫਰਟ ਕੀਤੇ ਔਰ ਅੱਜ ਉਹ ਜਿਹੜੀ ਇਹ ਲੇਡੀ ਆਪਣੇ ਘਰ ਬੈਠੀ ਹੈ। ਇੱਕ ਸਰ ਇੱਕ ਦੇਖਿਆ ਗਿਆ ਪਿੱਛੇ ਜੇ ਕਿ ਜਿਹੜੇ ਮਾਂ-ਬਾਪ ਆਪਣੇ ਕੇਸਾਂ ਨੂੰ ਲੈ ਕੇ ਇੱਥੇ ਆਉਂਦੇ ਸੀਗੇ ਔਰ ਬੱਚੇ ਨਾਲ ਹੁੰਦੇ ਸੀ ਤੇ ਬੱਚਿਆਂ ਦੇ ਉੱਪਰ ਕਾਫੀ ਇਸ ਚੀਜ਼ ਦਾ ਅਸਰ ਹੁੰਦਾ ਸੀ, ਔਰ ਤੁਸੀਂ ਬੱਚਿਆਂ ਦੇ ਵਾਸਤੇ ਇੱਕ ਚੀਜ਼ ਵੀ ਬਣਾਈ ਜਿਹਦੇ ਵਿੱਚ ਬੱਚੇ ਆਪਣਾ ਉੱਥੇ ਇੰਜੋਏ ਕਰਨ, ਖੇਡ ਸਕਣ ਔਰ ਉਹ ਬੁਰਾ ਅਸਰ ਜਿਹੜਾ ਉਹਨਾਂ ਉੱਪਰ ਨਾ ਹੋਵੇ। ਜੀ ਸਾਡਾ ਜ਼ਿਲ੍ਹਾ ਕਾਨੂੰਨੀ ਸੇਵਾ ਦਫ਼ਤਰ ਫਿਰੋਜ਼ਪੁਰ ਦੇ ਵਿੱਚ ਕਾਫੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਲੀਗਲ ਅਵੇਅਰਨੈਸ ਪ੍ਰੋਗਰਾਮਸ ਅਸੀਂ ਲਗਾਉਂਦੇ ਹਾਂ। ਅਸੀਂ ਵੇਰੀਅਸ ਡਿਪਾਰਟਮੈਂਟਸ ਦੇ ਨਾਲ ਐਸੋਸੀਏਟ ਹੋ ਕੇ ਵੇਰੀਅਸ ਅਸੀਂ ਗ੍ਰੀਵੈਂਸ ਰਿਡਰੈਸਲ ਹੈ ਜਿਹੜੇ ਕੈਂਪਸ ਲਗਾਉਂਦੇ ਹਾਂ। ਸਾਡੇ ਕੋਲ ਮੀਡੀਏਸ਼ਨ ਦੀਆਂ ਸਰਵਿਸਿਜ਼ ਹੈ, ਅਸੀਂ ਨੈਸ਼ਨਲ ਲੋਕ ਅਦਾਲਤ ਹੋਲਡ ਕਰਵਾਉਂਦੇ ਹਾਂ। ਅਸੀਂ ਲੀਗਲ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ, ਲੀਗਲ ਅਸਿਸਟੈਂਸ ਪ੍ਰੋਵਾਈਡ ਕਰਦੇ ਹਾਂ, ਪਰਮਾਨੈਂਟ ਲੋਕ ਅਦਾਲਤ ਫॉर ਦੀ ਪਬਲਿਕ ਯੂਟਿਲਿਟੀ ਸਰਵਿਸਿਜ਼ ਹੈ। ਇਸੇ ਤਰ੍ਹਾਂ ਹੀ ਇੱਕ ਮੀਡੀਏਸ਼ਨ ਦਾ ਕੰਸੈਪਟ ਸਾਡੇ ਕੋਲ ਹੈ ਜਿਹਦੇ 'ਚ ਕਿ ਨਾ ਸਿਰਫ ਜਿਹੜੇ ਅਦਾਲਤਾਂ 'ਚ ਕੇਸ ਚੱਲਦੇ ਨੇ ਲੇਕਿਨ ਜਿਹੜੇ ਅਦਾਲਤ ਦੇ ਵਿੱਚ ਦਾਇਰ ਵੀ ਨਹੀਂ ਹੋਏ, ਜਿਹਨੂੰ ਕਿ ਅਸੀਂ ਲੀਗਲ ਲੈਂਗੁਏਜ ਦੇ ਵਿੱਚ ਪ੍ਰੀ ਇੰਸਟੀਟਿਊਸ਼ਨ ਮੀਡੀਏਸ਼ਨ ਕਹਿੰਦੇ ਹਾਂ ਕਿ ਜੇ ਕਿਸੇ ਪਾਰਟੀ ਦਾ ਕੇਸ ਦਾਇਰ ਕਰਨ ਤੋਂ ਪਹਿਲੋਂ ਹੀ ਉਹਨੂੰ ਇਹ ਲੱਗਦਾ ਹੈ ਕਿ ਮੈਂ ਇੱਕ ਫੇਸ ਟੂ ਫੇਸ ਸਿਟਿੰਗ ਕਰਨੀ ਹੈ ਤਾਂ ਉਹ ਫ੍ਰੀ ਆਫ ਕਾਸਟ ਇੱਕ ਸਿੰਪਲ ਐਪਲੀਕੇਸ਼ਨ ਮੇਰੇ ਆਫਿਸ 'ਚ ਦੇ ਸਕਦੀ ਹੈ, ਜਿਹਦੇ ਬੇਸਿਸ ਉੱਪਰ ਅਸੀਂ ਦੂਸਰੀ ਪਾਰਟੀ ਨੂੰ, ਮੈਟਰੀਮੋਨੀਅਲ ਪਾਰਟੀ ਨੂੰ ਬੁਲਾ ਕੇ, ਸਪਾਊਸ ਨੂੰ ਬੁਲਾ ਕੇ ਉਹਨਾਂ ਦੀ ਸਿਟਿੰਗਸ ਕਰਵਾਈ ਜਾਂਦੀ ਹੈ ਅਤੇ ਉਹਨਾਂ ਦੇ ਕੇਸਿਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਅਦਾਲਤਾਂ ਦੇ ਵਿੱਚ ਜੋ ਲੰਬਿਤ ਮਾਮਲੇ ਹਨ ਉਹਨਾਂ ਦੇ ਤਹਿਤ ਵੀ ਸਪੈਸ਼ਲੀ ਮੈਟਰੀਮੋਨੀਅਲ ਕੇਸਿਸ ਜਦੋਂ ਆਉਂਦੇ ਆ ਤਾਂ ਆਲ ਓਵਰ ਫਿਰੋਜ਼ਪੁਰ ਤੋਂ ਲੋਕੀ ਟਰੈਵਲ ਕਰਕੇ ਆਉਂਦੇ ਨੇ। ਸੋ ਇਹ ਪਾਇਆ ਗਿਆ ਕਿ ਜਦੋਂ ਇਹ ਲੋਕ ਟਰੈਵਲ ਕਰਦੇ ਆ ਤਾਂ ਜ਼ਿਆਦਾਤਰ ਮੈਟਰੀਮੋਨੀਅਲ ਕੇਸਿਸ ਦੇ ਵਿੱਚ ਬੱਚੇ ਇਨਵੋਲਵਡ ਹੁੰਦੇ ਆ। ਸੋ ਇਹ ਮੈਟਰ ਮੈਂ ਬਤੌਰ ਸੀਜੀਐਮ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਿਰੋਜ਼ਪੁਰ ਸ਼੍ਰੀ ਵਰਿੰਦਰ ਅਗਰਵਾਲ ਜੀ ਜੋ ਚੇਅਰਮੈਨ ਸਾਹਿਬ ਨੇ ਸਾਡੇ, ਉਹਨਾਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਨੇ ਆ ਕੇ ਦਫ਼ਤਰ ਦਾ ਮੁਆਇਨਾ ਕੀਤਾ ਤੇ ਉਹਨਾਂ ਦੀ ਰਹਿਨੁਮਾਈ ਦੇ ਹੇਠ ਅਸੀਂ ਇੱਕ ਇੱਥੇ ਕਿਡਸ ਜ਼ੋਨ ਦੀ ਚੇਨ ਦੇ ਨਾਲ ਕੋਲੈਬੋਰੇਟ ਕਰਕੇ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਹੈ ਜੋ ਇੱਥੇ ਕਿਡਸ ਰੂਮ ਸੀਗਾ ਉਹਨੂੰ ਪ੍ਰੋਪਰਲੀ ਰੈਨੋਵੇਟ ਕੀਤਾ, ਰੀਡੈਕੋਰੇਟ ਕੀਤਾ, ਚਾਈਲਡ ਫਰੈਂਡਲੀ ਬਣਾਇਆ ਤਾਂ ਕਿ ਮੀਡੀਏਸ਼ਨ ਪ੍ਰੋਸੀਡਿੰਗਸ ਦੇ ਦੌਰਾਨ ਹੈ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਬੈਡ ਇੰਪੈਕਟ ਨਾ ਪਵੇ, ਉਹਦੇ ਤੇ ਕਿਸੇ ਤਰ੍ਹਾਂ ਦੀ ਨੈਗੇਟਿਵਿਟੀ ਨਾ ਆਵੇ ਅਤੇ ਬੱਚਾ ਪ੍ਰੋਪਰਲੀ ਆਪਣੇ ਕੰਫਰਟ ਜ਼ੋਨ ਦੇ ਵਿੱਚ ਰਹੇ। ਜੀ ਜੀ, ਜਿਸ ਤਰ੍ਹਾਂ ਕੋਈ ਵੀ ਔਰਤ ਹੈ ਜਾਂ ਆਦਮੀ ਹੈ, ਉਹਨਾਂ ਨੂੰ ਨਹੀਂ ਪਤਾ, ਉਹ ਮਹਿੰਗੀਆਂ ਜਿਹੜੀਆਂ ਸੁਵਿਧਾਵਾਂ ਉਹ ਨਹੀਂ ਲੈ ਸਕਦੇ, ਪ੍ਰਾਈਵੇਟ ਐਡਵੋਕੇਟ ਨਹੀਂ ਕਰ ਸਕਦੇ, ਕੀ ਉਹ ਤੁਹਾਡੇ ਕੋਲ ਆ ਸਕਦੇ ਨੇ ਸਹਾਇਤਾ ਲੈਣ ਵਾਸਤੇ? ਜੀ ਸਾਡੇ ਕੋਲ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਤੇ ਲੀਗਲ ਸਰਵਿਸਿਜ਼ ਅਥਾਰਟੀ ਐਕਟ ਦੇ ਸੈਕਸ਼ਨ 12 ਦੇ ਤਹਿਤ ਉਹਨਾਂ ਨੇ ਕੈਟਾਗਰੀਜ਼ ਪ੍ਰੋਵਾਈਡ ਕੀਤੀਆਂ ਨੇ ਕਿ ਕਿਹੜੇ ਪਰਸਨਸ ਨੇ ਜਿਹੜੇ ਸਾਡੇ ਕੋਲੋਂ ਫ੍ਰੀ ਲੀਗਲ ਏਡ ਲੈ ਸਕਦੇ ਨੇ, ਜਿਹਦੇ ਵਿੱਚ ਔਰਤਾਂ ਨੇ, ਬੱਚੇ ਨੇ, ਉਹ ਪਰਸਨਸ ਨੇ ਜਿਨ੍ਹਾਂ ਦੀ ਸਾਲਾਨਾ ਇਨਕਮ 3 ਲੱਖ ਜਾਂ 3 ਲੱਖ ਤੋਂ ਘੱਟ ਹੈ, ਬੇਗਾਰ ਦੇ ਮਾਰੇ ਨੇ, ਜਿਸ ਤਰ੍ਹਾਂ ਹੁਣ ਫਲੱਡ ਵਿਕਟਿਮਸ ਨੇ, ਇਹ ਸਾਰੇ ਸਾਡੇ ਕੋਲੋਂ ਫ੍ਰੀ ਆਫ ਕਾਸਟ ਲੀਗਲ ਸਰਵਿਸਿਜ਼ ਲੈ ਸਕਦੇ ਨੇ। ਕੋਈ ਪਰਸਨ ਹੈ ਜਿਹੜਾ ਜੇਲ੍ਹ ਦੇ ਵਿੱਚ ਹੈ, ਪੁਲਿਸ ਕਸਟਡੀ ਦੇ ਵਿੱਚ ਹੈ ਐਂਡ ਸਪੈਸ਼ਲ ਕੈਟਾਗਰੀਜ਼ ਨੂੰ ਬਿਲੋਂਗ ਕਰਦੇ ਨੇ। ਸੋ ਇਸ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਜਿਹੜੇ ਪਰਸਨਸ ਨੇ ਉਹ ਸਾਡੇ ਕੋਲੋਂ ਫ੍ਰੀ ਆਫ ਕਾਸਟ ਹੈ ਜਿਹੜੇ ਲੀਗਲ ਏਡ ਲੈ ਸਕਦੇ ਨੇ। ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ, ਮੀਡੀਆ ਦੇ ਰਾਹੀਂ ਅਤੇ ਆਪਣੇ ਅਵੇਅਰਨੈਸ ਪ੍ਰੋਗਰਾਮ ਦੇ ਰਾਹੀਂ ਵੀ ਲੋਕਾਂ ਨੂੰ ਇਹਨਾਂ ਹੱਕਾਂ ਬਾਰੇ ਜਾਗਰੂਕ ਕਰਦੇ ਹਾਂ। ਸੋ ਮੈਂ ਇੱਕ ਵਾਰੀ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੂਰੇ ਫਿਰੋਜ਼ਪੁਰ ਦੇ ਲੋਕਾਂ ਨੂੰ ਇਹ ਦੱਸਣਾ ਚਾਹਾਂਗੀ ਕਿ ਇਹਨਾਂ ਕੈਟਾਗਰੀਜ਼ ਨੂੰ ਬਿਲੋਂਗ ਕਰਦੇ ਹੋ ਜਿਹੜੇ ਵੀ ਇਸ ਕ੍ਰਾਈਟੇਰੀਆ ਨੂੰ ਫੁਲਫਿਲ ਕਰਦੇ ਨੇ
ਉਹ ਕਿਸੇ ਵੀ ਕੰਮਕਾਜੀ ਦਿਨ, ਕਿਸੇ ਵੀ ਕੰਮਕਾਜੀ ਘੰਟੇ ਦੇ ਵਿੱਚ ਆ ਕੇ ਮੇਰੇ ਆਫਿਸ ਦੇ ਵਿੱਚ ਫਿਜ਼ੀਕਲੀ ਵਿਜ਼ਿਟ ਕਰ ਸਕਦੇ ਨੇ। ਲੇਕਿਨ ਕੁਝ ਰੀਜ਼ਨਸ ਹੁੰਦੇ ਨੇ, ਕਿਸੇ ਵੇਲੇ ਕੋਈ ਬਜ਼ੁਰਗ ਹੈ, ਫਿਜ਼ੀਕਲੀ ਚੈਲੰਜਡ ਹੈ, ਜੀ। ਸਪੈਸ਼ਲ ਪਰਸਨਸ ਹੈ ਜਿਨ੍ਹਾਂ ਦਾ ਇੱਥੇ ਆਉਣਾ ਪੋਸੀਬਲ ਨਹੀਂ ਹੈ, ਜੀ। ਤਾਂ ਉਹ ਸਾਨੂੰ ਵਰਚੁਅਲੀ ਕਨੈਕਟ ਕਰ ਸਕਦੇ ਨੇ। ਸਾਡਾ ਫੇਸਬੁੱਕ ਦੇ ਉੱਪਰ DLSA ਫਿਰੋਜ਼ਪੁਰ ਦੇ ਨਾਮ ਤੇ ਅਕਾਊਂਟ ਹੈ, ਸਾਨੂੰ ਈਮੇਲ ਡ੍ਰੌਪ ਕਰ ਸਕਦੇ ਨੇ, ਉੱਥੇ ਮੈਸੇਜ ਕਰ ਸਕਦੇ ਨੇ ਸਾਨੂੰ। ਇੰਸਟਾਗ੍ਰਾਮ, YouTube, ਟਵਿੱਟਰ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜੀ। ਯੁੱਗ ਹੈ, ਸਾਨੂੰ ਵਰਚੁਅਲੀ ਕਨੈਕਟ ਕਰ ਸਕਦੇ ਨੇ। 1968 ਹੈ ਸਾਡਾ ਟੋਲ ਫ੍ਰੀ ਨੰਬਰ ਹੈ ਸਟੇਟ ਲੈਵਲ ਦਾ, 01632235034। ਇਹ ਮੇਰੇ ਆਫਿਸ ਦਾ ਜੋ ਲੈਂਡਲਾਈਨ ਨੰਬਰ ਹੈ, ਜੀ। ਜੋ ਕਿ ਅਸੀਂ ਫਲੱਡ ਵਿਕਟਿਮਸ ਦੀ ਹੈਲਪ ਦੇ ਲਈ ਜੀ, ਵੀ ਜੀ। ਇੱਕ ਇਹਨੂੰ ਹੈਲਪਲਾਈਨ ਨੰਬਰ ਦੇ ਤੌਰ ਤੇ ਵੀ ਜਾਰੀ ਕੀਤਾ ਹੋਇਆ ਹੈ। ਉੱਤੇ ਸਾਨੂੰ ਸੰਪਰਕ ਕਰ ਸਕਦੇ ਨੇ ਅਤੇ ਕਦੀ ਵੀ ਸਾਡੇ ਦਫ਼ਤਰ ਵਿੱਚ ਆ ਕੇ ਫ੍ਰੀ ਆਫ ਕਾਸਟ ਹੈ ਜਿਹੜੀਆਂ ਇਹ ਲੀਗਲ ਸਰਵਿਸਿਜ਼ ਨਾ ਸਿਰਫ ਵਕੀਲ ਸਾਹਿਬ ਦੀਆਂ ਲੈ ਸਕਦੇ ਨੇ, ਬਲਕਿ ਕਾਨੂੰਨੀ ਸਲਾਹ ਵੀ ਲੈ ਸਕਦੇ ਨੇ। ਜੀ। ਇਹ ਸੀ ਸਾਡੇ ਨਾਲ ਜੀ CGM ਏਕਤਾ ਉੱਪਲ ਜੀ, ਜਿਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਜਿਹੜੇ ਲੋਕ ਨੇ ਉਹ ਬਿਨਾਂ ਕਿਸੇ ਡਰ ਕੇ ਜਾਂ ਬਿਨਾਂ ਕਿਸੇ ਗੱਲਬਾਤ ਤੋਂ ਸਾਡੇ ਕੋਲ ਆ ਸਕਦੇ ਹੈ, ਕਾਨੂੰਨੀ ਜਿਹੜੀ ਹੈ ਸਲਾਹ ਵੀ ਲੈ ਸਕਦੇ ਹੈ, ਔਰ ਅਸੀਂ ਉਹਨਾਂ ਨੂੰ ਲੀਗਲ ਜਿਹੜੀ ਸਰਵਿਸਿਜ਼ ਆ ਉਹ ਵੀ ਪ੍ਰੋਵਾਈਡ ਕਰਾਵਾਂਗੇ। ਇਸ ਦੇ ਨਾਲ ਨਾਲ ਲੋਕਾਂ ਦੇ ਹਿੱਤ ਦੇ ਕੰਮ ਵੀ ਜਿਹੜੇ ਨੇ ਉਹ ਲਗਾਤਾਰ ਇਹਨਾਂ ਵੱਲੋਂ ਜਾਰੀ ਨੇ, ਪ੍ਰਯਾਸ ਹਮੇਸ਼ਾ ਜਾਰੀ ਨੇ। ਔਰ ਨੰਬਰ ਜਿਹੜਾ ਉਹ ਉਹਨਾਂ ਨੇ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਵੀ ਟੋਲ ਫ੍ਰੀ ਨੰਬਰ ਹੈ, ਉਹਨੇ ਤੁਸੀਂ ਕਾਲ ਕਰ ਸਕਦੇ ਹੋ। ਇੱਕ ਨੰਬਰ ਆਫਿਸ ਹੈ, ਉੱਥੇ ਕਾਲ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਲੱਗੇ ਕਿਸੇ ਵੀ ਚੀਜ਼ ਦੀ ਜ਼ਰੂਰਤ ਮਹਿਸੂਸ ਹੋਵੇ ਇਸ ਤਰ੍ਹਾਂ ਦੀ ਕੋਈ ਲੀਗਲ ਸਰਵਿਸਿਜ਼ ਦੀ, ਤੇ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ।